ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪਾਵਨ ਬਾਣੀ ਦਾ ਓਟ ਆਸਰਾ ਰੱਖ ਕੇ ਅਸੀਂ ਦੁਬਾਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਸ਼੍ਰੀ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜੇ ਹਾਂ। ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸ਼ਾਹੀ ਸ਼ਹਿਨਸ਼ਾਹ ਦੀ ਪਾਵਨ ਗੁਰਫਤਿਹ ਨਾਲ ਸਾਂਝ ਪਾ ਕੇ ਅਸੀਂ ਆਪਣੀ ਹਾਜ਼ਰੀ ਲਵਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੱਜ ਦੀ ਵਿਚਾਰ ਦੇ ਅਧੀਨ ਅਸੀਂ ਜਪਜੀ ਸਾਹਿਬ ਦੀ 5ਵੀਂ ਪੌੜੀ ਲਈ ਹੈ। ਇਸ 5ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਇੱਕੋ ਹੀ ਜਗ੍ਹਾ ਤੇ ਕਰ ਦਿੱਤਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਹੈ, ਥਾਪਿਆ ਨਾ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸੀਂ ਸਥਾਪਿਤ ਨਹੀਂ ਕਰ ਸਕਦੇ, ਕੀਤਾ ਨਾ ਹੋਏ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਬਣਾ ਵੀ ਨਹੀਂ ਸਕਦੇ। ਕੋਈ ਦੁਨੀਆ ਦੀ ਐਸੀ ਪਾਵਰ, ਐਸੀ ਸ਼ਕਤੀ, ਤਾਕਤ ਨਹੀਂ ਹੈ ਜਿਹੜੀ ਉਸ ਪਰਮਾਤਮਾ ਨੂੰ ਬਣਾ ਸਕੇ ਜਾਂ ਰੱਬ ਵਰਗਾ ਕੋਈ ਹੋਰ ਬਣਾ ਸਕੇ। ਜਿਹੜਾ ਪਰਮਾਤਮਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਹਦੇ ਇੱਕ ਫੁਰਨੇ ਦੇ ਨਾਲ ਸਾਰਾ ਸੰਸਾਰ ਪੈਦਾ ਹੁੰਦਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਿਸ ਪਰਮਾਤਮਾ ਦੇ ਇੱਕ ਹੁਕਮ ਨਾਲ, ਇੱਕ ਕਵਾਓ ਨਾਲ, ਜਿਵੇਂ ਇਸਲਾਮ ਕਹਿੰਦਾ ਹੈ ਕਿ ਉਸ ਪ੍ਰਭੂ ਪਰਮਾਤਮਾ ਨੇ ਕੇਵਲ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਕੁਨ ਕਿਹਾ ਤੇ ਇੱਕ ਵਾਰ ਸ਼ਬਦ ਕੁਨ ਵਰਤਨ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ। ਤੇ ਜਿਸ ਦਿਨ ਉਹਦੀ ਮਰਜ਼ੀ ਹੋਏਗੀ ਉਹ ਕੁਨ ਕਹੇਗਾ ਤੇ ਸਾਰੀ ਸ੍ਰਿਸ਼ਟੀ ਸੌਂ ਜਾਏਗੀ। ਦੁਨੀਆ ਦਾ ਹਰ ਇੱਕ ਧਰਮ ਪਰਮਾਤਮਾ ਦੀ ਤਾਕਤ ਦੀ ਗੱਲ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਟਾਈਮ ਦੇ ਜਿਹੜੇ ਪੁਜਾਰੀ ਲੋਕ ਸਨ, ਉਹਨਾਂ ਦੀਆਂ ਜਿਹੜੀਆਂ ਮਿੱਥ ਕਹਾਣੀਆਂ ਸਨ ਕਿ ਅਸੀਂ ਰੱਬ ਨੂੰ ਬਣਾਇਆ ਹੈ। ਜਿਸ ਤਰ੍ਹਾਂ ਹਿੰਦੂ ਮਤ ਦੇ ਵਿੱਚ 10 ਅਵਤਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜੇ 10 ਅਵਤਾਰ ਨੇ ਉਹ ਪ੍ਰਭੂ ਪਰਮਾਤਮਾ ਖੁਦ ਬਣ ਕੇ ਆਇਆ। ਜਿਵੇਂ 10 ਅਵਤਾਰ ਰਾਜੇ ਹੋਏ ਵਰਤੇ ਦਾ ਜ਼ਿਕਰ ਗੁਰਬਾਣੀ 'ਚ ਹੈ, ਕਿਉਂਕਿ ਗੁਰਬਾਣੀ ਕਿਸੇ 10 ਅਵਤਾਰ ਨੂੰ ਨਹੀਂ ਮੰਨਦੀ। ਅਵਤਾਰ ਦਾ ਆਖਰੀ ਅਰਥ ਹੁੰਦਾ ਹੈ ਉੱਤਰ ਕੇ ਆਉਣਾ, ਭਾਵ ਕਿ ਰੱਬ ਉੱਤਰ ਕੇ ਥੱਲੇ ਆਇਆ। ਇਹਦਾ ਮਤਲਬ ਕਿ ਰੱਬ ਨੂੰ ਕਿਤੇ ਉਤਾਂ ਚੜਾਇਆ ਹੈ ਤਾਂ ਹੀ ਤਾਂ ਉੱਤਰ ਕੇ ਆਉਂਦਾ ਹੈ। ਉੱਤਰਦਾ ਉਹੀ ਹੈ ਜਿਹੜਾ ਚੜ੍ਹਿਆ ਹੋਵੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ ਵੀ ਕਿੱਥੇ ਹੈ ਰੱਬ ਜਿਹਦੀ ਤੁਸੀਂ ਗੱਲ ਕਰਦੇ ਹੋ ਵੀ ਤਾਂ ਚੜ੍ਹਿਆ, ਕਿੱਥੇ ਹੈ? ਪਰਮਾਤਮਾ ਨਾ ਕਿਸੇ 7ਵੇਂ ਆਕਾਸ਼ ਵਿੱਚ ਰਹਿੰਦਾ ਹੈ ਤੇ ਨਾ ਕਿਸੇ ਖੀਰ ਸਮੁੰਦਰ ਦੇ ਵਿੱਚ ਵਿਸ਼ਨੂੰ ਦਾ ਅਵਤਾਰ ਬਣ ਕੇ ਸੁੱਤਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਥਾਪਿਆ ਨਾ ਜਾਏ। ਉਸ ਪ੍ਰਭੂ ਪਰਮਾਤਮਾ ਨੂੰ ਅਸੀਂ ਸਥਾਪਿਤ ਨਹੀਂ ਕਰ ਸਕਦੇ, ਭਾਵ ਅਸੀਂ ਉਹਨੂੰ ਬਣਾ ਨਹੀਂ ਸਕਦੇ ਆਪਣੇ ਹੱਥਾਂ ਦੇ ਨਾਲ। ਕਿ ਆਪਣੇ ਹੱਥਾਂ ਦੇ ਨਾਲ ਪਰਮਾਤਮਾ ਦੀ ਤਸਵੀਰ ਬਣਾਈ ਜਾਂ ਉਹਦਾ ਕੋਈ ਬੁੱਤ ਬਣਾਇਆ, ਫਿਰ ਉਹਨੂੰ ਸਥਾਪਿਤ ਕੀਤਾ, ਫਿਰ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੀਤਾ ਨਾ ਹੋਏ ਤੇ ਸਾਡਾ ਬਣਾਇਆ ਹੋਇਆ ਪ੍ਰਭੂ ਪਰਮਾਤਮਾ ਨਹੀਂ ਬਣਦਾ। ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਪਰਮਾਤਮਾ ਨੂੰ ਨਹੀਂ ਬਣਾ ਸਕਦੇ। ਅੱਜ ਜਿਵੇਂ ਝਗੜਾ ਚੱਲਦਾ ਨਾ
कोई कहता जी मैं पुजारियां वाले रब नूं नहीं मनदा, मैं कुदरत वाले रब नूं मनदा। कोई कहता जी मैं कुदरत वाले रब नूं नहीं मनदा, मैं तो अपने रब नूं मनदा है। रब एक है, दो जां तीन जां चार जां पंज नहीं। परमात्मा एक है, वाहिगुरू एक है, हरि एक है। उसके नाम अनेकां हो सकते हैं, उसकी पहचान ਵੱਖ-ਵੱਖ तरीके नाल हो सकती है, पर ताकत एक है। तो यह भी मैं कह देवां, कुदरत अते रब दे विच जमीन आसमान का फर्क है। कुदरत ने रब नूं पैदा नहीं कीता, रब ने कुदरत नूं पैदा कीता है। इहदी गल इस पावन पंक्तियां दे विच भी है। सतगुरु कहंदे थापिया ना जाए, कीता ना होए, ना कोई पत्थर की मूर्ति बना के जां किसी होर तरीके नाल इंसानी रूप दे विच भी किसी बंदे नूं रब नहीं आख्या जा सकदा। इत्थों तक कि गुरु अर्जन साहब ने अपनी पावन बाणी च एक जगह ते कहा है कि सो मुख जलों जित कहे ठाकुर जोनी, ओ रब करे ओ मूँह ही सड़ जाए। जिहड़ा मूँह ये शब्द वरतदा है कि अकाल पुरख वाहिगुरू प्रभु परमात्मा जून धारण करके इस संसार विच आउंदा है। ते सच्चे पातशाह महाराज कहते हैं परमात्मा नूं कोई दुनिया की ताकत नहीं बना सकती। आपे आप निरंजन सोए, वो परमात्मा अपने आप तो ही पैदा होंदा है, जिन्होंने सहभंग आख्या जाता है। वो प्रभु परमात्मा अपने आप तो ही प्रगट होया है। निरंजन सोए ते वो अकाल पुरख प्रभु परमात्मा जिहदे उत्ते माया का कोई असर नहीं हुंदा, जिहदे उत्ते माया का प्रभाव नहीं पैंदा, माया की कालख जिहदे उत्ते अपना असर ना करे, उन्होंने निरंजन कहंदे ने। असीं तां रब तो भी अगांह चले जाने ना, कई बारी रब नूं भी असीं छोटा समझण लग पैंदे आ। रात दिन माया च सड़ते रहने, खपते रहने, माया के प्रभाव तो असीं कदे बाहर नहीं निकलते, तो अपने आप नूं डींगा मारते हैं भी आपां रब हो गए हैं, परमात्मा हो गए हैं, भगवान हो गए हैं। याद रखियो, एक फुरने दे नाल दुनिया तैश नैश हो सकती है, एक फुरने नाल सब कुछ बदल सकता है। परमात्मा सब कुछ करनहार है, सब कुछ कर सकता है। वो गुरु नानक साहब का रब है। गुरु नानक साहब का रब ना उतर के जमीन ते कदे आउंदा है, ना किसी आकाश ते चढ़दा है। भाव वो साडे विच है, वो साडी रग रग दे विच है। जिंदगी दे हर एक समय विच, हर एक जगह ते साडी सहायता करदा है। ते परमात्मा किसी पत्थर की मूर्ति विच जां किसी इंसानी रूप दे विच जां किसी विशेष तौर ते अवतार दे रूप दे विच कदे नहीं आउंदा। वो हर एक जगह ते है। सिर्फ जिवें बुल्ले शाह ने आख्या ना, बुल्लिया तेरी वेखण वाली अख नहीं, रब तेतों वख नहीं। परमात्मा कदे भी तेतों दूर नहीं गया, सिर्फ तेरे कोल अख नहीं है कि तू अख पुट के उस परमात्मा नूं वेख सके। जिन सेविया तिन पाया मान। गुरु नानक साहब कहते हैं जिस अकाल पुरख वाहिगुरू ने सारी कृपा की है, पूरी कायनात साजी है, पूरी कायनात बनाई है। जिहड़ा इंसान उस प्रभु परमात्मा के चरण घुट के फड़ लैंदा है, भाव उन्होंने अपने मन दे विच ध्याउंदा है, जपदा है, उन्होंने याद करदा है, उन्होंने मान मिलता है, भाव आदर मिलता है, वो भी परमात्मा वर्गा हो जाता है। दुनिया की सब तो महंगी चीज़ इज्जत हुंदी है, रिस्पैक्ट हुंदी है। ਜਿਹੜੇ ਬੰਦੇ ਦੀ ਰਿਸਪੈਕਟ नहीं ना इस संसार ਦੇ ਵਿੱਚ, पैसा तो औरंगजेब ਦੇ ਕੋਲ भी बहुत सी, पैसा तो अज ਦੇ राजनीतिक लोगों के ਕੋਲ भी बहुत है, पर इज्जत की घाट है ना। तो जे इज्जत नहीं है, जे मान नहीं है, सत्कार नहीं है, तो पैसा की है। इज्जत उस ही इंसान की है जिहड़ा इंसान रब के भाव विच जीउंदा है, जिहड़ा इंसान रब के डर विच जीउंदा है, तो परमात्मा के घर तो उन्होंने सरोपा मिलता है, भाव उन्होंने इज्जत मिलती है, रिस्पैक्ट मिलती है। ਉਹਨੂੰ फिर संसार ਵਿੱਚ आया होया जिथे ਉਹਦਾ ਪ੍ਰਵਾਨ ਚੜ ਜਾਂਦਾ है, ਉਹ ਜਦੋਂ संसार तो ਜਾਂਦਾ ਵੀ है, ਉਹਦੇ ਜਾਣ ਤੋਂ ਬਾਅਦ ਵੀ ਹਜ਼ਾਰਾਂ ਸਾਲਾਂ तक ਉਹਦੀ ਰਿਸਪੈਕਟ, ਉਹਦੀ ਇੱਜ਼ਤ ਬਰਕਰਾਰ ਰਹਿੰਦੀ ਹੈ। मैं पर एक गल मैं कह देनी चाहुंदा है, अज उन्हां लोकां नूं ਜਿਹੜੇ लोग उन्हां ਇੱਜ਼ਤਵਾਨ लोकां उत्ते ਉਂਗਲਾਂ चुकदे है, बाबा दीप सिंह वर्गे सिख, भाई मनी सिंह वर्गे सिख, बाबा बंदा सिंह बहादुर वर्गे सिख, जिन्हां ने अपनियां जिंदगियां गुरु नानक दे घर दी सेवा लई कुर्बान कर दित्तियां, ला दित्तियां, उन्हां दे उत्ते ਉਂਗਲਾਂ ਚੱਕਣ वालियां नूं मैं लाणतां पाउंदा है अपने चैनल तो। उन्हां दीयां इज्जतां बरकरार रहणीआं ने, उन्हां दे मत्थे दे उत्ते कोई कालख नहीं लगा सकदा। ਜਿਹੜੇ लोग उन्हां दे उत्ते इल्जाम लगाउंदे ने, ਉਹ आप खुद जानवरां दीयां मौतां मरदे ने, लेकिन ਉਹ ਜਿਹੜੇ ने गुरमुख प्यारे, ਉਹ अपनी जिंदगी वधिया सुरखरू होकर बतीत करके गए ने। ਤੇ ਜਿਹੜੇ ਰਾਤ ਦਿਨ ਸਾਡੇ ਵਰਗੇ ਵਿਕਾਰਾਂ ਵਿੱਚ ਜਿਉਂਦੇ ਰਹਿੰਦੇ ਨੇ, ਆਪਣੇ ਪਰਿਵਾਰਾਂ ਤੋਂ ਬਾਹਰ ਨਹੀਂ ਜਾਂਦੇ, ਜਿਨ੍ਹਾਂ ਦੀ ਜ਼ੁਬਾਨ ਉੱਤੇ ਕਦੇ ਵਾਹਿਗੁਰੂ ਦਾ ਨਾਮ ਨਹੀਂ ਹੁੰਦਾ, ਉਹ ਬਾਬਾ ਦੀਪ ਸਿੰਘ ਦੀ ਗੱਲ ਕਰਨ ਲੱਗ ਪੈਂਦੇ, ਉਹ ਭਾਈ ਮਨੀ ਸਿੰਘ ਨੂੰ ਨਿੰਦਣ ਲੱਗ ਪੈਂਦੇ,
ਉਹ ਗੁਰੂ ਘਰ ਦੇ ਸੇਵਾਦਾਰਾਂ ਉਤੇ ਉਂਗਲੀਆਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਦਾ ਆਪਣਾ ਕਿਰਦਾਰ ਕੋਈ ਨਹੀਂ ਹੁੰਦਾ, ਜਿਨ੍ਹਾਂ ਦਾ ਆਪਣਾ ਜੀਵਨ ਕੋਈ ਨਹੀਂ ਹੁੰਦਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿਸੇ ਔਰਤ ਨੂੰ ਕਿੱਦਾਂ ਬੁਲਾਉਣਾ, ਕਿਸੇ ਸਤਿਗੁਰੂ ਸਾਹਿਬਾਨ ਦਾ ਨਾਮ ਕਿੱਦਾਂ ਲੈਣਾ, ਉਹ ਗੁਰੂ ਸਾਹਿਬਾਨਾਂ ਉਤੇ ਉਂਗਲੀਆਂ ਚੁੱਕਣ ਲੱਗ ਪੈਂਦੇ ਨੇ। ਇਹ ਨਿੰਦਕ ਲੋਕ ਹੁੰਦੇ ਆ। ਇੱਕ ਗੱਲ ਯਾਦ ਰੱਖਿਓ, ਜਿਹੜੇ ਇਨਸਾਨ ਦਾ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਨਾ, ਜਿਹੜਾ ਬੰਦਾ ਇਹ ਸ਼ਬਦ ਵਰਤਨੇ ਸ਼ੁਰੂ ਕਰਦਾ ਹੈ ਵੀ ਸਾਡਾ ਸਤਿਗੁਰੂ ਵੀ ਗਲਤੀਆਂ ਕਰਕੇ ਗਿਆ ਹੈ, ਕਿਉਂਕਿ ਗੁਰੂ ਦੇ ਫੈਸਲੇ ਵੀ ਗਲਤ ਆਖਣ ਲੱਗ ਪਏ ਨੇ ਵੀ ਬਾਬਾ ਰਾਮ ਰਾਏ ਨੂੰ ਪੰਥ ਚੋਂ ਛੇਕਣਾ ਨਹੀਂ ਸੀ ਚਾਹੀਦਾ, ਇਹ ਸਤਿਗੁਰੂ ਦੀ ਬੜੀ ਵੱਡੀ ਭੁੱਲ ਸੀ। ਜਿਹੜੇ ਲੋਕ ਇਹ ਸ਼ਬਦ ਵਰਤਣ ਲੱਗ ਪਏ ਨੇ ਉਹ ਲੋਕ ਨਰਕੀ ਨੇ, ਨਰਕੀ। ਉਹਨਾਂ ਨੂੰ ਗੁਰੂ ਨਾਨਕ ਦੇ ਘਰ ਵਿੱਚ ਜਗ੍ਹਾ ਨਹੀਂ ਹੈ। ਤੇ ਯਾਦ ਰੱਖਿਓ, ਅੱਜ ਭਾਵੇਂ ਲੰਮੇ ਲੰਮੇ ਲੈਕਚਰ ਦੇ ਕੇ ਵਿਊ ਲੈਣ ਦੇ ਵਾਸਤੇ ਉਹ ਕੁਝ ਵੀ ਟਕਵੰਜ ਕਰਦੇ ਨੇ, ਪਰ ਉਹਨਾਂ ਨੂੰ ਐਸੇ ਲੋਕਾਂ ਨੂੰ ਪੰਥ ਪ੍ਰਵਾਨ ਨਹੀਂ ਕਰਦਾ ਕਦੇ ਵੀ। ਧਰਮ ਦੇ ਵਿੱਚ ਦੋ ਚੀਜ਼ਾਂ ਹਮੇਸ਼ਾ ਚਾਹੀਦੀਆਂ ਹੁੰਦੀਆਂ ਨੇ, ਇੱਕ ਪ੍ਰੇਮ ਤੇ ਇੱਕ ਸ਼ਰਧਾ। ਤੇ ਜੇ ਸਾਡੇ ਜੀਵਨ ਦੇ ਵਿੱਚ ਪ੍ਰੇਮ ਨਹੀਂ, ਸਾਡੇ ਜੀਵਨ ਦੇ ਵਿੱਚ ਸ਼ਰਧਾ ਨਹੀਂ ਹੈ, ਅਸੀਂ ਹਰ ਇੱਕ ਗੱਲ ਉੱਤੇ ਤਰਕ ਕਰਦੇ ਹਾਂ। ਉਹ ਲੋਕ ਜਿਨ੍ਹਾਂ ਨੂੰ ਤਰਕ ਦੇ ਅਰਥ ਦਾ ਹੀ ਨਹੀਂ ਪਤਾ, ਤਰਕ ਦਾ ਮਤਲਬ ਕੀ ਹੁੰਦਾ ਹੈ, ਉਹ ਵੀ ਤਰਕ ਕਰਨ ਲੱਗ ਪਏ ਨੇ। ਪੁੱਛ ਕੇ ਦੇਖੋ, ਆਖਣਗੇ ਸਾਨੂੰ ਪਤਾ ਨਹੀਂ, ਪਰ ਆਪਾਂ ਕਰਨਾ ਹੈ ਜੀ। ਜਿਵੇਂ ਪਿਛਲੇ ਟਾਈਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ, ਜਿਹਦੇ ਵਿੱਚ ਇੱਕ ਸ਼ਖਸ ਨੇ ਇਥੋਂ ਤੱਕ ਕਹਿਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਕੂੜ ਪ੍ਰਚਾਰ ਹੈ, ਭਾਵੇਂ ਕਿ ਬਾਅਦ ਵਿੱਚ ਉਹਨੇ ਮਾਫੀਆਂ ਮੰਗੀਆਂ। ਪਰ ਜਿਹੜੇ ਸਾਧ ਦਾ ਉਹ ਚੇਲਾ ਸੀ, ਹੋ ਸਕਦਾ ਉਸ ਸਾਧ ਨੇ ਉਹਨਾਂ ਨੂੰ ਪੱਟੀ ਐਸੀ ਪੜ੍ਹਾਈ ਹੋਵੇ ਵੀ ਤੁਸੀਂ ਗੁਰਬਾਣੀ ਤੇ ਵੀ ਤਰਕ ਕਰਨੀ ਹੈ, ਇਤਿਹਾਸ ਤੇ ਵੀ ਤਰਕ ਕਰਨੀ ਹੈ। ਵੱਖਰਾ ਰੱਬ ਬਣਾ ਕੇ ਬਹਿ ਗਏ, ਆਪਣਾ ਵੱਖਰਾ ਪਰਮਾਤਮਾ ਬਣਾ ਕੇ ਬਹਿ ਗਏ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ ਉਹ ਥਾਪਿਆ ਜਾ ਸਕਦਾ, ਨਾ ਬਣਾਇਆ ਜਾ ਸਕਦਾ। ਤੇ ਮਾਣ ਇੱਜ਼ਤ ਉਸ ਇਨਸਾਨ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਇਨਸਾਨ ਪਰਮਾਤਮਾ ਨੂੰ ਸਾਖਸ਼ਾਤ ਮੰਨ ਕੇ ਆਪਣੇ ਜੀਵਨ ਨੂੰ ਉਹਦੇ ਪਾਵਨ ਚਰਨਾਂ ਦੇ ਵਿੱਚ ਭੇਟਾ ਕਰ ਦਿੰਦਾ। ਸਤਿਗੁਰੂ ਅੱਗੇ ਕੀ ਕਹਿੰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਹੇ ਭਾਈ ਆਓ ਮੇਰੇ ਨਾਲ, ਮੇਰੇ ਨਾਨਕ ਦੇ ਨਾਲ ਰਲ ਕੇ ਉਸ ਪਰਮਾਤਮਾ ਦੇ ਗੁਣ ਗਾਓ, ਉਸ ਪਰਮਾਤਮਾ ਦੇ ਗੁਣ ਸੁਣੋ, ਕਿਉਂਕਿ ਕੀ ਮਿਲੇਗਾ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਗਾਵੀਐ ਗੁਣੀ ਨਿਧਾਨ। ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਗਾਉਣ ਨਾਲ ਤੇ ਸੁਣਨ ਨਾਲ, ਭਾਵ ਜ਼ੁਬਾਨ ਤੋਂ ਉਹਦਾ ਸ਼ੁਕਰਾਨਾ ਕਰੀਏ, ਕੰਨਾਂ ਦੇ ਨਾਲ ਕੁਦਰਤ ਦੇ ਰਾਹੀਂ ਉਹਦੀ ਸਿਫਤ ਸਲਾਹ ਦੇ ਬਚਨ ਸੁਣੀਏ, ਉਹਦੇ ਹੁਕਮ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰੀਏ, ਤੇ ਸਤਿਗੁਰੂ ਕਹਿੰਦੇ ਅੰਦਰ ਵੀ ਖੁਸ਼ੀ ਹੋਏਗੀ ਤੇ ਬਾਹਰ ਵੀ ਖੁਸ਼ੀ ਹੋਏਗੀ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਆਓ ਉਸ ਪਰਮਾਤਮਾ ਦੇ ਗੁਣ ਆਪਣੀ ਜ਼ੁਬਾਨ ਨਾਲ ਗਾਈਏ, ਆਓ ਉਸ ਪਰਮਾਤਮਾ ਦੇ ਗੁਣ ਆਪਣੇ ਕੰਨਾਂ ਦੇ ਨਾਲ ਸੁਣੀਏ, ਆਪਣੇ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਪਿਆਰ ਪੈਦਾ ਕਰੀਏ। ਇਦਾਂ ਕੀ ਹੋਏਗਾ, ਦੁੱਖ ਪਰ ਹਰ ਦੁੱਖ ਨੂੰ ਛੱਡ ਕੇ ਸੁੱਖ ਘਰ ਲੈ ਜਾਏ। ਆਪਣੇ ਜੀਵਨ ਦੇ ਅੰਦਰ ਸੁੱਖ ਪੈਦਾ ਕਰੀਏ, ਅਸੀਂ ਦੁੱਖ ਭੁਲਾ ਦਈਏ, ਸੁੱਖ ਜੀਵਨ ਦੇ ਵਿੱਚ ਪੈਦਾ ਕਰੀਏ, ਸੁਖੀ ਜੀਵਨ ਬਤੀਤ ਕਰੀਏ, ਭਾਵ ਅੰਦਰ ਠੰਡਾ ਠਾਰ ਸਾਡਾ ਹੋ ਜਾਏਗਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਮੁਖੋ ਯਾਦ ਰੱਖਿਓ, ਗੁਰੂ ਦੇ ਰਾਹੀਂ ਹੀ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ, ਗੁਰੂ ਦੇ ਰਾਹੀਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹਾਸਲ ਹੁੰਦਾ ਹੈ, ਤੇ ਗੁਰੂ ਦੇ ਰਾਹੀਂ ਹੀ ਸਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਉਹ ਪਰਮਾਤਮਾ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਸਮਾਇਆ ਹੋਇਆ ਹੈ। ਇੱਥੇ ਕੁਦਰਤ ਵੱਖਰੀ ਹੈ ਤੇ ਰੱਬ ਵੱਖਰੇ ਦੀ ਗੱਲ ਹੈ। ਗੁਰਮੁਖ ਰਹਿਆ ਸਮਾਈ, ਗੁਰਮੁਖ ਗੁਰੂ ਦੇ ਰਾਹੀਂ ਹੀ ਸਮਝ ਲੱਗਦੀ ਹੈ ਨਾ ਕਿ ਰਹਿਆ ਸਮਾਈ, ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਬਿਰਾਜਮਾਨ ਹੈ, ਹਰ ਇੱਕ ਜਗ੍ਹਾ ਤੇ ਵਸਦਾ ਹੈ, ਹਰ ਇੱਕ ਜਗ੍ਹਾ ਤੇ ਉਹ ਸਮਾਇਆ ਹੋਇਆ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ, ਇਸੇ ਲਈ ਹੈ ਭਾਈ ਸਾਡੇ ਗੁਰੂ ਨੇ ਸਾਨੂੰ ਇਹ ਸਮਝ ਦੇ ਦਿੱਤੀ ਹੈ ਨਾ ਕਿ ਪਰਮਾਤਮਾ ਦਾ ਨਾਮ ਕੀ ਹੈ। ਗੁਰੂ ਨੇ ਸਮਝ ਦੇ ਦਿੱਤੀ ਨਾ ਪਰਮਾਤਮਾ ਹੈ ਕੀ ਹੈ, ਨੌਲੇਜ ਮਿਲ ਗਈ, ਗਿਆਨ ਮਿਲ ਗਿਆ ਗੁਰੂ ਦੇ ਕੋਲੋਂ, ਤੇ ਗੁਰੂ ਨੇ ਕਿਰਪਾ ਕਰਕੇ ਦੱਸ ਦਿੱਤਾ ਵੀ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹਰ ਇੱਕ ਜਗ੍ਹਾ ਤੇ ਉਹ ਪ੍ਰਭੂ ਪਰਮਾਤਮਾ ਵਸਦਾ ਹੈ। ਇਹ ਗੁਰੂ ਨੇ ਸਾਨੂੰ ਕਿਰਪਾ ਕਰਕੇ ਸਮਝਾ ਦਿੱਤਾ, ਤੇ ਉਸੇ ਹੀ ਸਤਿਗੁਰੂ ਤੋਂ ਸਦਕੇ ਜਾਂਦੇ ਹੋਏ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਸਾਡਾ ਸਤਿਗੁਰੂ ਹੀ ਸਾਡੇ ਲਈ ਸਾਰਾ ਕੁਝ ਹੈ। ਅਸੀਂ ਆਪਣੇ ਗੁਰੂ ਨੂੰ ਛੱਡ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਨੇ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਕਿ ਸਾਡਾ ਸਤਿਗੁਰੂ ਹੀ ਸਾਡੇ ਲਈ ਸ਼ਿਵ ਹੈ, ਸਾਡਾ ਸਤਿਗੁਰੂ ਹੀ ਸਾਡੇ ਲਈ ਬ੍ਰਹਮਾ ਹੈ, ਸਾਡਾ ਸਤਿਗੁਰੂ ਹੀ
ਸਾਡੇ ਲਈ ਗੋਰਖ ਹੈ, ਸਾਡਾ ਸਤਿਗੁਰੂ ਹੀ ਸਾਡੇ ਲਈ ਪਾਰਵਤੀ ਦੇਵੀ ਹੈ। ਭਾਵ ਅਸੀਂ ਨਾ ਕਿਸੇ ਸ਼ਿਵ ਨੂੰ, ਨਾ ਕਿਸੇ ਬ੍ਰਹਮਾ ਜੀ ਨੂੰ, ਨਾ ਕਿਸੇ ਗੋਰਖ ਨੂੰ ਤੇ ਨਾ ਬਾਕੀ ਦੇਵੀ ਦੇਵਤਿਆਂ ਨੂੰ ਆਰਾਧਦੇ ਹਾਂ। ਸਾਡਾ ਸਤਿਗੁਰੂ ਹੀ ਸਾਡੇ ਲਈ ਸਾਰਾ ਕੁਝ ਹੈ। ਅਸੀਂ ਦੇਵੀ ਦੇਵਤਿਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਅਵਤਾਰਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕਿਸੇ ਦੇ ਮੰਦਿਰ ਵਿੱਚ ਜਾ ਕੇ ਟੱਲ ਨਹੀਂ ਖੜਕਾਉਣਾ, ਅਸੀਂ ਕਿਸੇ ਗੋਰਖਨਾਥ ਦੇ ਟਿੱਲੇ ਉੱਤੇ ਜਾ ਕੇ ਕੰਨਾਂ 'ਚ ਮੁੰਦਰਾਂ ਨਹੀਂ ਪਾਉਣੀਆਂ, ਅਸੀਂ ਜੋਗੀਆਂ ਦੀਆਂ ਜਿਹੜੀਆਂ ਉਹ ਆਸਣ ਨਹੀਂ ਲਗਾਉਣ ਲੱਗੇ। ਸਾਡਾ ਸਤਿਗੁਰੂ ਸਾਡੇ ਲਈ ਸਾਰਾ ਕੁਝ ਹੈ। ਅਸੀਂ ਆਪਣੇ ਗੁਰੂ 'ਚੋਂ ਸ਼ਿਵ ਨੂੰ ਦੇਖਦੇ ਹਾਂ, ਆਪਣੇ ਗੁਰੂ 'ਚੋਂ ਬ੍ਰਹਮਾ ਨੂੰ ਵੇਖਦੇ ਹਾਂ, ਆਪਣੇ ਗੁਰੂ 'ਚੋਂ ਹੀ ਪਾਰਵਤੀ ਤੇ ਗੋਰਖ ਨੂੰ ਵੇਖਦੇ ਹਾਂ। ਭਾਵ ਕਿ ਅਸੀਂ ਭਟਕੀਏ ਹੀ ਕਿਉਂ ਜਦੋਂ ਕਿ ਸਾਨੂੰ ਸਭ ਕੁਝ ਗੁਰੂ ਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ। ਕਿਉਂ ਅਸੀਂ ਬਾਹਰ ਜਾਈਏ? ਕਿਉਂ ਅਸੀਂ ਕਿਸੇ ਦੇ ਗੋਡੇ ਘੁੱਟੀਏ? ਕਿਉਂ ਅਸੀਂ ਕਿਸੇ ਦੇ ਚਰਨ ਘੁੱਟ ਕੇ ਪਕੜੀਏ? ਸਾਨੂੰ ਤਾਂ ਸਭ ਕੁਝ ਗੁਰੂ ਦੇ ਰਾਹੀਂ ਹੀ ਪ੍ਰਾਪਤ ਹੋ ਗਿਆ। ਤੇ ਜਿਹੜੇ ਲੋਕ ਇੱਕ ਪਾਸੇ ਗੁਰਦੁਆਰੇ ਜਾਂਦੇ ਨੇ, ਦੂਜੇ ਪਾਸੇ ਮੰਦਿਰ ਤੁਰੇ ਹੋਣਗੇ, ਤੀਜੇ ਪਾਸੇ ਮਸੀਤਾਂ 'ਚ ਜਾਣਗੇ, ਚੌਥੇ ਪਾਸੇ ਉਹ ਬਾਬਿਆਂ ਦੀ ਜਗ੍ਹਾ ਤੇ ਜਾਣਗੇ, ਪੰਜਵੇਂ ਪਾਸੇ ਉਹ ਜਾ ਕੇ ਪੀਰਾਂ ਫਕੀਰਾਂ ਦੇ ਜਿਹੜੇ ਉਹ ਕਬਰਾਂ ਤੇ ਮੱਥੇ ਟੇਕਣਗੇ, ਨੱਕ ਰਗੜਨਗੇ। ਐਸੇ ਲੋਕਾਂ ਨੂੰ ਕੀ ਮਿਲਣਾ ਹੈ? ਜਿਹੜੇ ਬੰਦੇ ਦਾ ਥਹੁ ਟਿਕਾਣਾ ਏਕਣਾ ਨਾ ਹੋਵੇ, ਉਹ ਬੰਦੇ ਨੂੰ ਕਦੇ ਜ਼ਿੰਦਗੀ 'ਚ ਸ਼ਾਂਤੀ ਨਹੀਂ ਆ ਸਕਦੀ। ਜਿਵੇਂ ਬਾਬਾ ਫਰੀਦ ਸਾਹਿਬ ਨੇ ਆਖਿਆ ਨਾ ਕਿ ਜਿਹੜੀਆਂ ਸੁਹਾਗਣਾਂ ਹੁੰਦੀਆਂ ਨੇ ਉਹਨਾਂ ਦਾ ਇੱਕ ਖਸਮ ਹੁੰਦਾ ਹੈ ਤੇ ਉਹਨਾਂ ਨੂੰ ਝਾਕ ਨਹੀਂ ਹੁੰਦੀ ਹੋਰਾਂ ਦੀ। ਤੇ ਅਸੀਂ ਤਾਂ ਸੁਹਾਗਣਾਂ, ਅਸੀਂ ਤਾਂ ਸਿੱਖ ਹਾਂ ਤੇ ਸਾਡਾ ਇੱਕੋ ਹੀ ਖਸਮ ਹੈ ਕਲਗੀਆਂ ਵਾਲਾ, ਸਾਡਾ ਇੱਕੋ ਹੀ ਖਸਮ ਹੈ ਗੁਰੂ ਗ੍ਰੰਥ ਸਾਹਿਬ। ਅਸੀਂ ਉਹਨੂੰ ਛੱਡ ਕੇ ਕਿਸੇ ਹੋਰ ਪਾਸੇ ਕਿਉਂ ਜਾਈਏ? ਤੇ ਜਿਹੜੇ ਹੋਰ ਪਾਸੇ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਗੱਦੀਆਂ ਲਗਾ ਕੇ ਬੈਠਣ ਵਾਲੇ ਬਾਬੇ, ਖਾਸ ਤੌਰ ਤੇ ਨਾਨਕ ਸਰੀਏ ਬਾਬੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਹੁੰਦੇ ਨੇ, ਇੱਕ ਪਾਸੇ ਉਹ ਆਪਣੇ ਡੇਰਿਆਂ ਵਿੱਚ ਆਪ ਮੱਥੇ ਟਿਕਾ ਰਹੇ ਹੁੰਦੇ ਨੇ। ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ। ਇੰਨੀਆਂ ਵੱਡੀਆਂ ਦੇਹਾਂ ਚੱਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਮੱਥੇ ਟਿਕਾ ਕੇ ਤੇ ਮਿਸ਼ਰੀਆਂ ਦਾ ਪ੍ਰਸ਼ਾਦ ਵੰਡਣ ਵਾਲੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਆਪਣੇ ਜਿਹੜੇ ਪੈਰ ਨੇ ਉਹ ਧਵਾ ਕੇ ਤੇ ਲੋਕਾਂ ਨੂੰ ਪਿਲਾਉਣ ਵਾਲੇ, ਤੇ ਆਪਣੇ ਚਰਨਾਂ ਦੇ ਵਿੱਚ ਮੱਥੇ ਟਿਕਾ ਕੇ ਤੇ ਗਲਾਂ ਵਿੱਚ ਚੈਨੀਆਂ ਪਵਾਉਣ ਵਾਲੇ ਬਾਬੇ, ਤੇ ਮੱਥੇ ਦੇ ਉੱਤੇ ਕਲਗੀਆਂ ਲਵਾਉਣ ਵਾਲੇ, ਗੁਰੂ ਦੇ ਸਮਾਨ ਬੈਠਣ ਵਾਲੇ, ਤੇ ਮੁੱਛਾਂ ਨੂੰ ਵੱਟ ਦੇਣ ਵਾਲੇ, ਤੇ ਬੀਬੀਆਂ ਦੇ ਪਿੱਠਾਂ ਨੂੰ ਥਾਪਣ ਵਾਲੇ ਬਾਬੇ ਗੁਰੂ ਦੇ ਬਰਾਬਰ ਨਹੀਂ ਹੋ ਸਕਦੇ। ਇਹ ਨਰਕੀ ਨੇ, ਆਉਣਗੇ ਚਲੇ ਜਾਣਗੇ, ਪਰ ਸਾਡਾ ਸਤਿਗੁਰੂ ਹਮੇਸ਼ਾ ਸੀ, ਹਮੇਸ਼ਾ ਹੈ, ਹਮੇਸ਼ਾ ਰਹੇਗਾ। ਆਓ ਜੀ ਅੱਗੇ ਵਿਚਾਰ ਕਰੀਏ। ਸਤਿਗੁਰੂ ਕਹਿੰਦੇ, ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਐਸਾ ਅਕਾਲ ਪੁਰਖ ਵਾਹਿਗੁਰੂ, ਜੇ ਮੈਂ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ ਵੀ ਲਵਾਂ, ਜੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਸੰਵਿਧਾਨ ਰੂਪ ਹੁਕਮ ਨੂੰ ਜਾਣ ਵੀ ਲਵਾਂ, ਤਾਂ ਮੈਂ ਉਹਦੀ ਵਿਆਖਿਆ ਨਹੀਂ ਕਰ ਸਕਦਾ, ਤਾਂ ਮੈਂ ਉਹਨੂੰ ਕਥਨ ਨਹੀਂ ਕਰ ਸਕਦਾ। ਗੁਰਾ ਇੱਕ ਦੇ ਬੁਝਾਈ, ਹੈ ਸਤਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਇੱਕ ਸਮਝ ਦੇ, ਮੇਰੇ ਤੇ ਕਿਰਪਾ ਕਰ, ਮੈਨੂੰ ਇੱਕ ਸੋਝੀ ਦੀ ਦਾਤ ਬਖਸ਼ਿਸ਼ ਕਰ। ਸਵਣਾ ਜੀਆਂ ਕਾ ਇੱਕ ਦਾਤਾ, ਸਾਰੇ ਸੰਸਾਰ ਦਾ ਦਾਤਾ ਇੱਕ ਹੈ। ਪੂਰੀ ਕਾਇਨਾਤ ਨੂੰ ਦਾਤਾਂ ਵੰਡਣ ਵਾਲਾ ਇੱਕ ਹੀ ਪ੍ਰਭੂ ਪਰਮਾਤਮਾ ਹੈ। ਸੋ ਮੈਂ ਵਿਸਰ ਨਾ ਜਾਈ, ਕਿਤੇ ਮੈਂ ਆਪਣੇ ਮਨ ਵਿੱਚੋਂ ਉਸ ਪਰਮਾਤਮਾ ਨੂੰ ਭੁਲਾ ਨਾ ਦਿਆਂ, ਕਿਤੇ ਮੈਨੂੰ ਵਿਸਰ ਨਾ ਜਾਏ ਅਕਾਲ ਪੁਰਖ ਵਾਹਿਗੁਰੂ। ਮੈਂ ਹਮੇਸ਼ਾ ਯਾਦ ਰੱਖਾਂ ਕਿ ਇਹ ਪਰਮਾਤਮਾ ਤੂੰ ਮੈਨੂੰ ਜੀਵਨ ਦਿੱਤਾ ਹੈ, ਇਹ ਸੋਹਣਾ ਸਰੀਰ ਤੂੰ ਮੈਨੂੰ ਦਿੱਤਾ ਹੈ, ਇਹ ਦੁਨੀਆ ਵੇਖਣ ਦਾ ਸੁਭਾਗ ਤੂੰ ਮੈਨੂੰ ਦਿੱਤਾ ਹੈ। ਆਓ ਉਸ ਪਰਮਾਤਮਾ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪ ਲਿਖਿਆ, ਮੋਤੀ ਤਾਂ ਮੰਦਰ ਊਸਰੇ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਕਿਤੇ ਮੈਂ ਭੁੱਲ ਨਾ ਜਾਵਾਂ ਤੈਨੂੰ। ਆਓ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਨੂੰ ਜਪਜੀ ਸਾਹਿਬ ਵਰਗੀ ਪਾਵਨ ਬਾਣੀ ਦਿੱਤੀ, ਉਹਦੀ ਵਿਚਾਰ ਕਰਦੇ ਰਹੀਏ ਤੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆਪਣਾ ਸੀਸ ਝੁਕਾਈਏ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸਰੀਰ ਰੱਖ ਦਈਏ, ਸੀਸ ਰੱਖ ਦਈਏ ਤੇ ਮੁਕਤੀ ਦਾ ਦਾਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਆਪਣਾ ਜੀਵਨ ਚੰਗੀ ਤਰ੍ਹਾਂ ਬਤੀਤ ਕਰਕੇ ਜਾਈਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।